संगत टीवी देख रही समूह देश विदेश ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ जी का खालसा वाहिगुरू जी की फतेह। गुरु रूप प्यारी साध संगत जी, जिमें कि आप सब संगतां नूं पता है कि संगत एड मैडिकल केयर फंड का ਇਹ ਉਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਾ ਕੇ ਜਿੱਥੇ ਗਰੀਬ ਗੁਰਬਾ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਸੱਖਣਾ ਹੁੰਦਾ ਹੈ, ਸੰਗਤ ਜੀ ਆਪ ਜੀ ਦੇ ਸਹਿਯੋਗ ਦੇ ਨਾਲ ਉਸ ਗਰੀਬ ਗੁਰਬੇ ਲੋੜਵੰਦ ਦੀ ਮੈਡੀਕਲ ਸਹਾਇਤਾ ਕੀਤੀ ਜਾਂਦੀ ਹੈ। ਸੋ ਪਿਛਲੇ ਦਿਨੀ ਅਸੀਂ ਪਿੰਡ ਨੂਰਦੀ ਵਿਖੇ ਭੈਣ ਕਮਲੇਸ਼ ਕੌਰ ਹੁਣਾਂ ਦੇ ਘਰ ਗਏ ਸਾਂ, ਜਿਨ੍ਹਾਂ ਨੂੰ ਕਿ ਪਿਛਲੇ 1 ਸਾਲ ਤੋਂ ਕੰਨ ਦੀ ਸਮੱਸਿਆ ਸੀ। ਤੇ ਅੱਜ ਅਸੀਂ ਉਹਨਾਂ ਦੇ ਨਾਲ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਹਸਪੀਟਲ ਤਰਨਤਾਰਨ ਸਾਹਿਬ ਵਿਖੇ ਪਹੁੰਚੇ ਸਾਂ ਤੇ ਡਾਕਟਰ ਸਾਹਿਬ ਹੁਣਾਂ ਨਾਲ ਮਿਲੇ ਤੇ ਉਹਨਾਂ ਨੇ ਜਿਹੜੀ ਤਾਜ਼ਾ ਜਾਣਕਾਰੀ ਦਿੱਤੀ ਸੀ ਕਿ ਸਭ ਤੋਂ ਪਹਿਲਾਂ ਇਹਨਾਂ ਨੂੰ ਕੰਨ ਦਾ ਸਿਟੀ ਸਕੈਨ ਕਰਵਾਉਣਾ ਪਵੇਗਾ। ਅਗਲੀ ਜੋ ਵੀ ਰਿਪੋਰਟ ਆਵੇਗੀ ਸਕੈਨ ਦੇ ਵਿੱਚ ਉਹਦੇ ਮੁਤਾਬਕ ਫਿਰ ਇਲਾਜ ਸ਼ੁਰੂ ਕੀਤਾ ਜਾਵੇਗਾ। ਤੇ ਇਸ ਵਕਤ ਅਸੀਂ ਸਿਟੀ ਸਕੈਨ ਦੇ ਬਾਹਰ ਖਲੋਤੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਤਰਨਤਾਰਨ। ਆਪ ਸਭ ਸੰਗਤਾਂ ਜਾਣਦੇ ਜੇ ਕਿ ਕੰਨ ਦਾ ਦਰਦ ਕਿੰਨਾ ਭਿਆਨਕ ਹੁੰਦਾ ਹੈ, ਨਾ ਕੰਮ ਕਰਨ ਦਿੰਦਾ ਹੈ, ਨਾ ਹੀ ਕਿਸੇ ਪਾਸੇ ਹੋਰ ਜਾਣ ਨੂੰ ਦਿਲ ਕਰਦਾ ਹੈ। ਤੇ ਪਿਛਲੇ ਕਾਫੀ ਸਮੇਂ ਤੋਂ ਭੈਣ ਜੀ ਉਹਨਾਂ ਨੇ ਦਵਾਈ ਖਾਧੀ ਸੀ, ਪਰ ਜਦੋਂ ਕਿ ਦਵਾਈ ਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ। ਫਿਰ ਉਹਨਾਂ ਡਾਕਟਰ ਸਾਹਿਬ ਨੂੰ ਦਿਖਾਇਆ ਤੇ ਡਾਕਟਰ ਸਾਹਿਬ ਉਹਨਾਂ ਨੇ ਉਹਨਾਂ ਨੂੰ ਆਪਰੇਟ ਦੀ ਸਲਾਹ ਦਿੱਤੀ, ਪਰ ਘਰ ਦੇ ਵਿੱਚ ਗਰੀਬੀ ਹੋਣ ਕਾਰਨ, ਕਿਉਂਕਿ ਪਤੀ ਵੀ ਕਮਾਉਣ ਵਾਲਾ ਘਰ ਦੇ ਵਿੱਚ ਇਕੱਲਾ ਹੈ, ਦਿਹਾੜੀ ਕਰਦਾ ਹੈ, ਤੇ ਉਹਦੇ ਮੁਤਾਬਕ ਫਿਰ ਇਲਾਜ ਕਰਵਾਉਣਾ ਬੜਾ ਔਖਾ ਸੀ। ਸੋ ਸੰਗਤ ਜੀ ਇਸ ਕਰਕੇ ਭੈਣ ਜੀ ਉਹਨਾਂ ਨੇ ਆਪ ਸਭ ਸੰਗਤਾਂ ਦੇ ਅੱਗੇ ਇਹ ਗੁਹਾਰ ਲਾਈ ਹੈ ਕਿ ਆਪ ਸਭ ਸੰਗਤਾਂ ਉਹਨਾਂ ਦਾ ਸਹਿਯੋਗ ਕਰੋ ਤਾਂ ਜੋ ਉਹ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਸਕਣ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਭੈਣ ਜੀ ਉਹਨਾਂ ਨੂੰ ਅੱਜ ਹਸਪੀਟਲ ਲਿਆਂਦਾ ਗਿਆ ਸੀ ਤੇ ਸਿਟੀ ਸਕੈਨ ਉਹਨਾਂ ਦਾ ਹੋ ਰਿਹਾ ਹੈ। ਨਾਲ ਹੀ ਭੈਣ ਜੀ ਉਹਨਾਂ ਨੂੰ ਦਾਖਲ ਕਰਵਾਇਆ ਜਾਵੇਗਾ। ਤੇ ਇਹ ਸਭ ਕਾਰਜ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਨੇ। ਤੇ ਆਪ ਸਭ ਸੰਗਤਾਂ ਦੇ ਅੱਗੇ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਪਰਿਵਾਰ ਦੇ ਜੋ ਮੈਂਬਰ ਨੇ ਭੈਣ ਕਮਲੇਸ਼ ਕੌਰ ਜੀ ਉਹ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਸਕਣ। आते होते बदबू भी आती है, सिर पीड़ भी होता है। उधर वाला काम देखो ठीक। उससे पहले ठीक था, अचानक से आना शुरू हुआ था। क्या हुआ था, क्यों आना शुरू हुआ? तो इसका मतलब ये है कि कान में जो है पर हड्डी में इधर रेशा है, ना ही हुआ ऐसे। वो चीज़ जो है जो खोलते हैं ना, जब वहाँ पे ऑपरेशन टेबल पे ता ही पता चलता है अंदर क्या है। ये सब चीज़ें जो है सिर्फ आइडिया देती हैं, एक्चुअल जो है जो वहाँ पे ऑपरेशन करेंगे ता पता चलेगा। गुरु प्यारी साध संगत जी, जिवें कि आप सब संगतां नाल असीं पहलां गल कर ही चुके हैं कि अज असीं गुरु नानक देव चैरीटेबल हॉस्पिटल पहुँचे हाँ। भैन कमलेश कौर जो कि पिंड ਨੂਰਦੀ ਦੇ ਰਹਿਣ ਵਾਲੇ ਸੀ, पिछले 1 साल तो उन्होंने ਕੰਨ ਦੇ दर्द की प्रॉब्लम सी। लगातार दवाई खाते रहे पर दवाई के नाल कोई फर्क नहीं पिया, तो वो करके गुरु नानक देव चैरीटेबल हॉस्पिटल उन्होंने दिखाया गया। डॉक्टर साहब उन्होंने पहला असी दस ही चुके हैं कि सिटी स्कैन बारे कहा सी, तो सिटी स्कैन दी रिपोर्टां आईयां ते इस वक्त डॉक्टर साहब भी साडे कोल ही बैठे ने ते उन्हां नाल गलबात करदे हैं कि रिपोर्टां विच की आया है ते अगे किवें इलाज अपरेट करवाउण दी इन्हां नूं लोड़ है कि जां दवाई दे नाल ही ठीक हो जाएगा। साडे नाल मौजूद ने डॉक्टर साहब वाहिगुरू जी का खालसा वाहिगुरू जी की फतेह। डॉक्टर साहब अज असीं आप जी दे कोल भैन कमलेश कौर उन्हां नूं लैके आए हैं, तो किन्नी कुछ प्रॉब्लम है कन्नां दी इन्हां नूं?
इन्हों जो है शिकायत रही है सज्जे कान तो रेशा आता रहा इनके 1.5 साल से। तो मुड़ के कान 'ਚ पीड़ भी होती रही है तो सुनाई भी घट है। तो असी जो अपने OPD 'ਚ मशीन से चैक किया तो वो कान में हड्डी के पीछे जो रेशा था वो भरया हुआ था, जिसको असी कहते हैं पोस्टीरियर कनाल वॉल बल्ज सीगा। तो वो सानू डाउट होया कि मतलब हड्डी 'चों रेशा है। उस करके असी इनकी स्कैन कराई, जिहदे 'ਚ आया है कि इनकी हड्डी 'ਚ रेशा लगा हुआ है, हड्डी ख़राब हो रही है। तो मुड़ के मैं इन्होंने दसिया है कि उसके लिए ऑपरेशन करना पड़ेगा, बेहोशी दे के ऑपरेशन करेंगे। तो जे हड्डी जिहड़ी हड्डी 'ਚ रेशा है वो सारी हड्डी मशीन नाल कट के साफ़ करी जाएगी। ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਆਪ ਜੀ ਦੇ ਕੋਲ ਪਹਿਲਾਂ ਵੀ ਮਰੀਜ਼ ਲੈ ਕੇ ਆਏ ਅਤੇ ਆਪ ਜੀ ਨੇ ਬੜਾ ਵਧੀਆ ਉਹਨਾਂ ਨੂੰ ਟਰੀਟ ਕੀਤਾ, ਉਹ ਠੀਕ ਹੋ ਗਏ, ਤੰਦਰੁਸਤ ਹੋ ਕੇ ਅੱਜ ਆਪਣੇ ਪਰਿਵਾਰ 'ਚ ਬੈਠੇ। ਸੰਗਤਾਂ ਦੀ ਜਾਣਕਾਰੀ ਲਈ मैं आप जी ने पूछना डॉक्टर साहब कि कोई खतरे वाली गल तो नहीं है? मरीज में एज सच अभी तो कोई ख़तरे वाली गल नहीं होती है, लेकिन हाँ ये जोड़ा ऑपरेशन होता है ये रिस्क होता है। जो साढ़े चेहरे की नाड़ होती है वो कान के रस्ते इसी हड्डी के बीच होके आती है। कई बारी वो नाड़ जो है उत्ते खुली पड़ी हुई होती है तो उसके चारों पासे रेशा होता है। तो जो असी उसको साफ़ करते हैं कई बारी नाड़ खराब हो जाती है, तो फिर चेहरा विंगा हो जाता है। यह मरीज़ में ऐसा स्कैन में नहीं लग रहा, लेकिन स्कैन कोई भी चीज़ है वो आइडिया देता है, लेकिन जो चीज़ असल में होती है वो जो ऑपरेशन करते हैं तो पता चलती है। 100 में से 1 या 2 मरीज़ ऐसे होंगे हैं जिहड़े च जो है नाड़ा जो है ख़राब होती हैं, बाकियां च सारी चीज़ें ठीक रहती हैं। सो डॉक्टर साहब, ये संगत की जानकारी ली, क्योंकि परिवार पिछले 1 साल तो क्योंकि दवाई खवाई जा रहा है, तो जो डॉक्टर साहब उन्होंने किते उन्होंने दिखाया तो उन्होंने क्या ऑपरेट की लोड़ है, तो पर घर के हालात थोड़े मातड़े है, क्योंकि वीर जी हुणी आप दिहाड़ी धप्पा करते, परिवार को पोलण वाले आप ही ने, तो फिर कितना कुछ खर्चा लग सकता है ऑपरेट के? संगतां की जानकारी लिए आप जी ने पूछ। इसमें जो है साढ़े बाबा जी का अस्पताल है, बड़ी उनकी मेहर है। इधर बड़े ही घट रेटां 'ਚ जो है साडा सारा काम इत्थे असी करते हैं। तो इत्थे जो है ऑपरेशन का सारा खर्चा मिला करके करीब 25,000 के नेड़े आंदा है। तो बाकी प्राइवेट अस्पतालों 'ਚ यही ऑपरेशन 45 तो 50,000 60,000 रुपये लेंदे हैं। तो मुड़ के मैं ये भी कहूँगा कि संगत एड वालों का ये बहुत ही सोहना इनिशिएटिव है कि जेड़े मरीज़ जो हैं जो अफोर्ड नहीं कर सकते, खर्चा नहीं उठा सकते, उन लोगों के लिए वो हेल्प करते हैं, उन लोगों का ऑपरेशन करवाते हैं ताकि वो भी जो है स्वस्थ हो सकें। ये बहुत ही सोहना इनिशिएटिव उन लोगों का है, संगत एड वालों का। तो डॉक्टर साहब, किन्ने के दिन मरीज इत्थे रहेगा कि जां लम्मा समा इत्थे कि नाल बैड रेस्ट ते रहना पवेगा? बेड रेस्ट कान की सर्जरी में हम कभी नहीं कहते। नॉर्मली 2 दिन साढ़े कोल मरीज़ इत्थे दाखिल रहेगा, उसके बाद छुट्टी करके भेज देंगे। 8वें दिन जो है टाँके निकाल देने हैं, पट्टी पुट्टी जो है देख लेना, साफ़ कर देना है। बाकी तो मुड़ के कुछ सावधानियाँ होती हैं वो इन्होंने बरतनी पड़ेंगी अगले 1-1.5 महीने। काम में काम करने के लिए कोई जो है थोड़ी बहुत बंदिशें हैं वो बता देंगे कि मेनली यही होता है, हम यही बताते हैं कि कोई काम ऐसा नहीं करना जिससे शरीर के विच प्रेशर दबाव बढ़े। उहदे च खतरा ये होता है कि पर्दा बाहर को निकल सकता है। बाकी ऐसा कोई भी साड़ी तरफ से कोई रिस्ट्रिक्शन नहीं होती है। कुछ और चीज़ें जो ध्यान रखने वाली होती हैं वो ये होती है कि कान विच पानी ना जाए, तेल तूल नहीं पाना, तीले बड़ नहीं मारने, साफ़ सूफ नहीं करना। वो सारे वास्ते है, कला जिनका ऑपरेशन हुआ उनके लिए सारे वास्ते ये लागू होता है, तो वो इन पे भी होगा। बाकी ऐसा और कुछ भी कोई ख़ास कोई मनाही नहीं होती, नॉर्मल अपना रूटीन जो काम करते हैं कर रहे हैं, बाकी सारा कुछ वैसे ही है। सो डॉक्टर साहब उन्होंने बड़ी ही अहम जानकारी आप सब संगतां दे नाल साझी कीती है कि बहुत घੱਟ ਇਹੋ ਜਿਹੇ ਮਰੀਜ਼ ਹੁੰਦੇ ਜਿਨ੍ਹਾਂ ਨੂੰ ਗਾੜੀ ਦਿੱਕਤ ਆਉਂਦੀ ਹੈ, ਪਰ ਫਿਰ ਵੀ ਉਹਨਾਂ ਨੇ ਕੁਝ ਸਾਵਧਾਨੀਆਂ ਦੱਸੀਆਂ ਨੇ। ਅਤੇ ਜਦੋਂ ਵੀ ਆਪਰੇਟ ਹੋ ਜਾਂਦਾ ਹੈ ਅਤੇ ਭੈਣ ਕਮਲੇਸ਼ ਕੌਰ ਹੁਣੀ ਇਸ ਚੀਜ਼ 'ਤੇ ਜ਼ਰੂਰ ਗੌਰ ਕਰਨ। ਦੂਸਰੀ ਗੱਲ ਇੱਥੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਨਾਲ ਕਰਨੀ ਚਾਹੁੰਦਾ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਜਿੰਨੀ ਵੀ ਟੀਮ ਹੈ, ਸਾਧ ਸੰਗਤ ਜੀ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਜੋ ਵੀ ਲੋੜਵੰਦ ਪਰਿਵਾਰ ਹੁੰਦਾ ਹੈ ਉਹਦੀ ਸਹਾਇਤਾ ਕੀਤੀ ਜਾਂਦੀ ਹੈ। ਅਤੇ ਐਡੇ ਵੱਡੇ ਖਰਚੇ ਜਿੰਨੇ ਵੀ ਹੈਗੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਪੂਰੇ ਹੋ ਸਕਦੇ ਨੇ।
ਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢ ਕੇ ਲੋੜਵੰਦ ਗਰੀਬ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ। ਜਿਵੇਂ ਅਸੀਂ ਆਪਣੇ ਇਤਿਹਾਸਕ ਸਰੋਤਾਂ ਨੂੰ ਵੀ ਪੜ੍ਹਦੇ ਹਾਂ ਅਤੇ ਸਾਡੇ ਵੱਡ ਵਡੇਰਿਆਂ ਨੇ ਵੀ ਸਾਨੂੰ ਇਹੀ ਗੱਲ ਸਿਖਾਈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਕਿ ਅਸਲ ਵਿੱਚ ਜੇ ਅਸੀਂ ਕਿਸੇ ਲੋੜਵੰਦ ਗਰੀਬ ਦੀ ਮਦਦ ਕਰਦੇ ਹਾਂ ਅਤੇ ਉਹ ਗੁਰੂ ਦੀ ਗੋਲਕ ਦੇ ਵਿੱਚ ਅਸੀਂ ਪੈਸਾ ਪਾ ਰਹੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਪਰਮੇਸ਼ਰ ਆਪ ਜੀ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਵਰਤ ਰਿਹਾ ਹੈ। ਜਿਵੇਂ ਮਹਾਰਾਜ ਦੀ ਅਸੀਂ ਬਾਣੀ ਦਾ ਵਾਕ ਪੜ੍ਹਦੇ ਹਾਂ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਦੇ ਮਾਂ ਵਾਕਾਂ ਅਨੁਸਾਰ ਸੰਗਤ ਜੀ ਆਪ ਜੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਵਸ ਰਹੇ ਨੇ। ਜਿੱਥੇ ਆਪ ਸਭ ਸੰਗਤਾਂ ਆਪਣੇ ਦਸਵੰਧ ਦੇ ਵਿੱਚੋਂ ਮਾਇਆ ਦੇ ਰਹੇ ਜੇ, ਉੱਥੇ ਸੰਗਤ ਜੀ ਆਪ ਸਭ ਸੰਗਤਾਂ ਦੀ ਅਰਦਾਸਾਂ ਦੀ ਵੀ ਲੋੜ ਹੈ ਭੈਣ ਕਮਲੇਸ਼ ਕੌਰ ਨੂੰ, ਤਾਂ ਜੋ ਠੀਕ ਹੋ ਕੇ ਤੰਦਰੁਸਤ ਹੋ ਕੇ ਆਪਣੇ ਬੱਚਿਆਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਜਾ ਸਕੇ। ਪਿਆਰੀ ਸਾਧ ਸੰਗਤ ਜੀ, ਜਿਵੇਂ ਮੈਂ ਆਪ ਸਭ ਸੰਗਤਾਂ ਨਾਲ ਹੁਣੇ ਗੱਲ ਸਾਂਝੀ ਕੀਤੀ ਕਿ ਸੰਗਤੀ ਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਵਿੱਚ ਰਿਹਾ ਵਰਤ ਰਿਹਾ ਹੈ। ਅਤੇ ਦੂਸਰਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਉੱਥੇ ਹੀ ਇੱਥੇ ਅਸੀਂ ਭੈਣ ਕਮਲੇਸ਼ ਕੌਰ ਉਹਨਾਂ ਨੂੰ ਜਿੱਥੇ ਡਾਕਟਰ ਸਾਹਿਬ ਉਹਨਾਂ ਤੋਂ ਦਿਖਾਉਣ ਆਏ ਸੀ, ਅਤੇ ਉੱਥੇ ਇੱਕ ਮਾਤਾ ਜੀ ਹੁਣੀ ਵੀ ਆਏ ਨੇ ਜਿਹੜੇ ਕਿ ਕੰਨ ਦੀ ਦਵਾਈ ਲੈਣ ਆਪ ਮਰੀਜ਼ ਨੇ, ਪਰ ਜਦੋਂ ਉਹਨਾਂ ਨੇ ਇਹ ਸਾਰੀ ਘਟਨਾ ਜੋ ਇਹ ਵਾਰਤਾਲਾਪ ਸੁਣ ਰਹੇ ਨੇ ਅਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿੰਨੇ ਵੀ ਹੋ ਸਕੇ ਨੇ 100 ਲੱਖ ਦਮੜਾ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਵਿੱਚ ਹੋਰ ਸਹਿਯੋਗ ਪਾ ਕੇ ਅਤੇ ਇਹ ਭੇਟ ਕੀਤਾ ਹੈ ਕਿ ਭੈਣ ਕਮਲੇਸ਼ ਕੌਰ ਜਲਦੀ ਤੋਂ ਜਲਦੀ ਠੀਕ ਹੋ ਕੇ ਅਤੇ ਆਪਣੇ ਪਰਿਵਾਰ ਦੇ ਵਿੱਚ ਜਾ ਸਕੇ। ਅਤੇ ਧੰਨਵਾਦ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਦਾ ਜਿਹਨੇ ਇੰਨੀ ਸੋਹਣੀ ਸੋਚ ਦਿੱਤੀ ਹੈ ਸਾਡੇ ਸਾਰੇ ਇਨਸਾਨਾਂ ਨੂੰ, ਕਿਉਂਕਿ ਮਹਾਰਾਜ ਦੀ ਅਸੀਂ ਬਾਣੀ ਦਾ ਵਾਕ ਪੜ੍ਹਦੇ ਹਾਂ ਜੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ ਦੇ ਮਾਂ ਵਾਕਾਂ ਅਨੁਸਾਰ ਸਾਰਿਆਂ ਦੇ ਵਿੱਚ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਰਤ ਰਹੀ ਹੈ। ਅਤੇ ਜੇ ਅਸੀਂ ਇਸ ਜੋਤ ਨੂੰ ਮਹਿਸੂਸ ਕਰਾਂਗੇ ਤਾਂ ਅਸੀਂ ਜ਼ਰੂਰ ਹਰੇਕ ਗਰੀਬ ਗੁਰਬੇ ਲੋੜਵੰਦ ਪਰਿਵਾਰ ਦੀ ਮਦਦ ਕਰਾਂਗੇ। ਅਤੇ ਅੱਗੇ ਵੀ ਆਪ ਸਭ ਸੰਗਤਾਂ ਤੋਂ ਇਹੀ ਆਸ ਰੱਖਦੇ ਹਾਂ ਕਿ ਜਿਵੇਂ ਆਪ ਪਿਛਲੀਆਂ ਸੰਗਤਾਂ ਦਾ ਲੋੜਵੰਦਾਂ ਦਾ ਆਪ ਸਹਿਯੋਗ ਕਰਦੇ ਰਹੇ, ਆਉਣ ਵਾਲੀਆਂ ਸੰਗਤਾਂ ਦਾ ਅਤੇ ਭੈਣ ਕਮਲੇਸ਼ ਕੌਰ ਦਾ ਵੀ ਸਾਥ ਦਿਓਗੇ। ਅਤੇ ਅੱਗੇ ਹੁਣ ਅਸੀਂ ਭੈਣ ਜੀ ਹੁਣਾਂ ਦੇ ਟੈਸਟ ਜਿਹੜੇ ਡਾਕਟਰ ਸਾਹਿਬ ਹੁਣਾਂ ਨੇ ਲਿਖੇ ਨੇ ਕਰਵਾਉਣ ਜਾ ਰਹੇ ਹਾਂ, ਅਤੇ ਅਗਲੇ ਦੀ ਜੋ ਵੀ ਜਾਣਕਾਰੀ ਜਾਂ ਜਿਵੇਂ ਵੀ ਭੈਣ ਜੀ ਉਹਨਾਂ ਨੂੰ ਦਾਖਲ ਕਰਵਾਉਂਦੇ ਆਪ ਸਭ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ। ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਦੇ ਸਹਿਯੋਗ ਸਦਕਾ ਭੈਣ ਕਮਲੇਸ਼ ਕੌਰ ਨੂੰ ਅਸੀਂ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਲੈ ਕੇ ਆਏ ਸੀ ਅਤੇ ਡਾਕਟਰ ਸਾਹਿਬ ਉਹਨਾਂ ਨਾਲ ਮਿਲੇ ਸੀ। ਉਹਨਾਂ ਸਿਟੀ ਸਕੈਨ ਦਾ ਕਰਵਾਇਆ ਸੀ ਕੰਨ ਦਾ, ਅਤੇ ਉਹਦੇ ਮੁਤਾਬਕ ਡਾਕਟਰ ਸਾਹਿਬ ਉਹਨਾਂ ਨੇ ਕੁਛ ਟੈਸਟ ਹੋਰ ਨਾਲ ਦੱਸੇ ਸੀਗੇ ਜਿਹਦੇ ਨਾਲ ਭੈਣ ਜੀ ਉਹਨਾਂ ਦੇ ਸੁਣਨ ਦੀ ਸ਼ਕਤੀ ਬਾਰੇ ਮਤਲਬ ਕਿੰਨੀ ਕੁ ਉਹਨਾਂ ਦੀ ਵਧੀ ਆ ਜਾਂ ਘਟੀ ਆ। ਡਾਕਟਰ ਸਾਹਿਬ ਜਿਵੇਂ ਭੈਣ ਕਮਲੇਸ਼ ਕੌਰ ਉਹਨਾਂ ਦੇ ਤੁਸੀਂ ਟੈਸਟ ਕਰ ਚੁੱਕੇ ਜੋ, ਸੰਗਤ ਦੀ ਜਾਣਕਾਰੀ ਲਈ ਆਪ ਜੀ ਨੂੰ ਪੁੱਛਦੇ ਕਿ ਇਹ ਟੈਸਟ ਕਿੰਨੇ ਕੁ ਜ਼ਰੂਰੀ ਹੁੰਦੇ ਨੇ? ਇਹ ਟੈਸਟ ਬਹੁਤ ਜ਼ਿਆਦਾ ਜ਼ਰੂਰੀ ਨੇ। ਜਿੱਦਾਂ ਹੁਣੇ ਕਮਲੇਸ਼ ਜੀ ਆਏ ਸੀਗੇ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਉਹਨਾਂ ਦਾ ਕੰਨ ਦਾ ਪਰਦਾ ਫਟਿਆ ਹੋਇਆ। ਟੈਸਟ ਕਰਨ ਤੋਂ ਪਤਾ ਲੱਗ ਗਿਆ ਕਿ ਕੰਨ ਦਾ ਪਰਦਾ ਫਟਿਆ ਹੋਇਆ ਜਾਂ ਹੱਡੀ ਵੀ ਗਲੀ ਹੋਈ ਹੈ, ਪਰ ਹੱਡੀ ਗਲੀ ਨਹੀਂ ਨਿਕਲੀ, ਹੱਡੀ ਸਹੀ ਸੀਗੀ ਪਰ ਕੰਨ ਦਾ ਪਰਦਾ ਫਟਿਆ ਹੋਇਆ। ਅਤੇ ਦੂਜੀ ਚੀਜ਼ ਇਸ ਟੈਸਟ ਤੋਂ ਇਹ ਪਤਾ ਲੱਗਦਾ ਹੈ ਕਿ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਕੰਨ ਦਾ। ਜਿੱਦਾਂ ਦਾ ਇਹਨਾਂ ਦਾ ਨੁਕਸਾਨ ਹੋ, ਜਿੱਦਾਂ ਅਸੀਂ ਤੁਹਾਡੀ ਮੇਰੀ ਸੁਣਾਈ ਬਿਲਕੁਲ ਨੋਰਮਲ ਹੈਗੀ ਹੈ, ਠੀਕ ਹੈ, ਉਹਨਾਂ ਦੀ ਸੁਣਾਈ 30% 35% ਘੱਟ ਨਿਕਲੀ ਹੈ ਨੋਰਮਲ ਸੁਣਾਈ ਨਾਲੋਂ। ਅਤੇ ਹੁਣ ਆਪਰੇਸ਼ਨ ਤੋਂ ਬਾਅਦ ਆਪਾਂ ਦੁਬਾਰਾ 1 ਮਹੀਨੇ ਬਾਅਦ ਟੈਸਟ ਕਰਾਂਗੇ ਤਾਂ ਪਤਾ ਲੱਗ ਜਾਏਗਾ ਕਿ ਆਪਰੇਸ਼ਨ ਤੋਂ ਕਿੰਨਾ ਫਾਇਦਾ ਹੋਇਆ ਹੈ। ਅਤੇ ਮਤਲਬ ਪਹਿਲਾਂ 35% ਡਾਊਨ ਸੀਗਾ ਅਤੇ ਆਪਰੇਸ਼ਨ ਤੋਂ ਬਾਅਦ 10 15 20 ਕੀ ਪਤਾ ਨੋਰਮਲ ਹੋ ਜਾਵੇ, ਕਿਉਂਕਿ ਆਪਰੇਸ਼ਨ ਜ਼ਿਆਦਾ ਉਮਰ ਵਧੀਆ ਹੈ ਅਤੇ ਆਪਰੇਸ਼ਨ ਵਧੀਆ ਹੀ ਹੋਏਗਾ ਅਤੇ ਬਿਲਕੁਲ ਨੋਰਮਲ ਸੁਣਾਈ ਹੋ ਜਾਏਗੀ। ਅਤੇ ਇੱਥੋਂ ਪਤਾ ਲੱਗੇਗਾ ਕਿ ਹਾਂ ਫਾਇਦਾ ਵੀ ਹੋਇਆ ਹੈ ਅਤੇ ਮੈਡਮ ਨੂੰ ਸਹੀ ਸੁਣਦਾ ਵੀ ਹੈ। ਡਾਕਟਰ ਸਾਹਿਬ ਜਿਵੇਂ ਆਪ ਸਾਹਿਬ ਜੀ ਨੇ ਜਾਣਕਾਰੀ ਦਿੱਤੀ ਕਿ ਜਿਹੜਾ ਕੰਨ ਦਾ ਪਰਦਾ ਇਹ ਫਟਿਆ ਹੋਇਆ ਹੈ ਪਰ ਹੱਡੀ ਠੀਕ ਹੈ, ਪਰ ਆਮ ਤੌਰ 'ਤੇ ਸਾਡੇ ਵਿੱਚ ਲੋਕਾਂ 'ਚ ਇਹ ਭਰਮ ਪਾਇਆ ਜਾਂਦਾ ਜਿਹੜੇ ਨੋਰਮਲ ਹੁੰਦੇ ਨੇ ਵੀ ਜਦੋਂ ਕੰਨ ਦਾ ਪਰਦਾ ਫਟ ਜਾਂਦਾ ਤਾਂ ਬਿਲਕੁਲ ਸੁਣਾਈ ਕਰਨਾ ਬੰਦ ਹੁੰਦਾ, ਕਿ ਇਵੇਂ ਦਾ ਵੀ ਕੁਛ ਹੁੰਦਾ ਹੈ?
ਸਾਡੀ ਨਾ ਪੂਰਾ ਜਿਹਦਾ ਕੰਨ ਹੈਗਾ ਨਾ ਉਹ 3 ਭਾਗਾਂ 'ਚ ਵਟਿਆ ਹੋਇਆ ਹੈ, ਠੀਕ ਹੈ। ਪਹਿਲਾਂ ਬਾਹਰਲਾ ਹਿੱਸਾ, ਫਿਰ ਵਿਚਕਾਰਲਾ ਹਿੱਸਾ, ਫਿਰ ਮਗਰਲਾ ਹਿੱਸਾ, ਠੀਕ ਹੈ। ਜਿਹੜਾ ਉਰਲਾ ਹਿੱਸਾ ਹੈਗਾ ਨਾ ਉਹਦੇ 'ਚ ਤੁਹਾਡਾ ਕੰਨ ਦਾ ਪਰਦਾ ਆਉਂਦਾ ਹੈ, ਠੀਕ ਹੈ। ਜੇ ਬਾਈ ਚਾਂਸ ਪਰਦਾ ਪਾੜ ਜਾਵੇ ਤੁਹਾਡਾ ਸਿਰਫ 20% ਜਾਂ 30% ਸੁਣਾਈ ਘਟਦੀ ਹੈ। ਉਸ ਤੋਂ ਬਾਅਦ ਅੱਗੇ ਵਿੱਚ ਆਉਂਦੀ ਹੱਡੀਆਂ ਗਲ ਜਾਣ ਫਿਰ ਹੋਰ ਨੁਕਸਾਨ ਹੁੰਦਾ ਹੈ। ਉਸ ਤੋਂ ਅੱਗੇ ਕੰਨ ਦੀ ਨਸ ਹੁੰਦੀ ਹੈ, ਨਸ ਕਮਜ਼ੋਰ ਹੋ ਜਾਏ ਫਿਰ ਪਰਮਾਨੈਂਟ ਲਾਸ ਹੋ ਜਾਂਦਾ ਹੈ ਕਿ ਪੱਕਾ ਲਾਸ ਹੋ ਗਿਆ। ਜੇ ਇਨ ਕੇਸ ਪਰਦਾ ਪਾੜ ਜਾਵੇ ਤਾਂ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ, ਸਿਰਫ 20% 30% ਸੁਣਾਈ ਘਟਦੀ ਹੈ, ਠੀਕ ਹੈ। ਆਪਰੇਸ਼ਨ ਕਰਾ ਲਓ ਟਾਈਮ ਸਿਰ ਦਵਾਈਆਂ ਖਾ ਲਓ, ਜੋ ਵੀ ਕਰਨੀ ਹੈ ਮੈਡੀਕਲ ਟਰੀਟਮੈਂਟ ਕਰਾ ਲਓ ਪੂਰਾ ਪ੍ਰੋਪਰ, ਬਿਲਕੁਲ ਠੀਕ ਹੋ ਜਾਂਦਾ ਹੈ। ਪਰ ਇੱਕ ਵਾਰੀ ਜੇ ਅੰਦਰ ਉਰਲੇ ਕੰਨ 'ਚ ਨਸ ਖਰਾਬ ਹੋ ਜਾਏ ਉਹਦਾ ਕੋਈ ਇਲਾਜ ਨਹੀਂ ਹੈ। ਉਹਦਾ ਇਲਾਜ ਹੈਗਾ ਬਹੁਤ ਐਕਸਪੈਂਸਿਵ ਸਰਜਰੀਆਂ ਹੁੰਦੀਆਂ ਨੇ 8-9 ਲੱਖ ਰੁਪਏ ਦੀਆਂ, ਉਹਦੇ ਨਾਲ ਇਲਾਜ ਹੈਗਾ, ਪਰ ਉਹ ਪਰਮਾਨੈਂਟ ਹੁੰਦਾ। ਪਰ ਪਰਦੇ ਦੀ ਕੋਈ ਦਿੱਕਤ ਨਹੀਂ ਹੈਗੀ, 20-30% ਖਰਾਬ ਹੋਣ ਦਾ ਚਾਂਸ ਹੁੰਦਾ ਹੈ। ਪਰ ਜਦੋਂ ਵੀ ਹੋਵੇ ਨਾਲ ਹੀ ਆਪਰੇਸ਼ਨ ਕਰਾ ਲਓ ਅਤੇ ਮੈਡੀਸਨ ਲੈ ਲਓ। ਡਾਕਟਰ ਸਾਹਿਬ ਜਿਵੇਂ ਆਪ ਜੀ ਦੱਸ ਰਹੇ ਜੇ ਵੀ ਜਿਹੜੇ ਜਦੋਂ ਨਸ ਖਰਾਬ ਹੋ ਜਾਂਦੀ ਪਰਦੇ ਤੋਂ ਅਗਲੀ ਪਾਸੇ ਤੇ ਉਹ ਬੜੇ ਐਕਸਪੈਂਸਿਵ ਹੁੰਦੇ, ਮਹਿੰਗੇ ਹੁੰਦੇ ਨੇ। ਅਤੇ ਕਿਉਂਕਿ ਸਾਡੇ ਘਰਾਂ ਦੇ ਵਿੱਚ ਅੱਜ ਜਿੰਨੀ ਮਹਿੰਗਾਈ ਵੀ ਸਰਕਾਰਾਂ ਨੇ ਵਧਾਈ ਜਾ ਰਹੀਆਂ ਸਾਰਾ ਹੀ ਕੁਛ, ਅਤੇ ਇੰਨੇ ਮਹਿੰਗਾਈ ਦੇ ਵਿੱਚ ਮਸਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ 2 ਵਕਤ ਦੀ ਬੰਦਾ ਰੋਟੀ ਖਾ ਸਕਦਾ, ਉੱਥੇ ਮਤਲਬ ਇਹੋ ਜਿਹੇ ਇੰਨੇ ਵੱਡੇ ਇਲਾਜ ਕਰਵਾਉਣੇ ਬੜੇ ਔਖੇ ਹੋ ਜਾਂਦੇ ਨੇ। ਅਤੇ ਜਿਵੇਂ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਭੈਣ ਕਮਲੇਸ਼ ਕੌਰ ਜੀ ਦਾ ਇਲਾਜ ਹੋ ਰਿਹਾ ਹੈ, ਕਿ ਆਪ ਜੀ ਦੀ ਨਿਗਾਹ ਦੇ ਵਿੱਚ ਤਾਂ ਬੜੇ ਇਵੇਂ ਦੇ ਕੇਸ ਆਏ ਹੋਏ ਹੋਣਗੇ ਵੀ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੋਊ ਪਰ ਪੈਸੇ ਦੀ ਪ੍ਰੋਬਲਮ ਕਰਕੇ ਤੇ ਵਿਚਾਰੇ ਇਲਾਜ ਤੋਂ ਰਹਿ ਜਾਂਦੇ, ਕਿ ਇਵੇਂ ਦੇ ਆਪ ਜੀ ਦੀ ਜ਼ਿੰਦਗੀ ਦੇ ਵਿੱਚ ਵੀ ਕਈ ਕੇਸ ਆਏ ਨੇ? ਬਹੁਤ ਕੇਸਿਸ ਆਉਂਦੇ ਨੇ ਇੱਦਾਂ ਜਿਹੜਿਆਂ ਕੋਲ ਪੈਸੇ ਨਹੀਂ ਹੁੰਦੇ। ਆਪਾਂ ਦੱਸਦੇ ਹਾਂ ਕਿ ਤੁਹਾਨੂੰ ਆਪਰੇਸ਼ਨ ਕਰਾਉਣਾ ਪੈਣਾ, ਪਰ ਉਹ ਵਾਪਸ ਨਹੀਂ ਆ ਪਾਉਂਦੇ ਕਿਉਂਕਿ ਪੈਸੇ ਹੀ ਨਹੀਂ ਹੁੰਦੇ। ਕਈ ਵਾਰੀ ਉਹਨਾਂ ਕੋਲ ਟੈਸਟ ਕਰਾਉਣ ਦੇ ਪੈਸੇ ਤੱਕ ਨਹੀਂ ਹੁੰਦੇ। ਕਈ ਵਾਰੀ ਇਹ ਹੌਸਪੀਟਲ ਕਰਦਾ ਹੈ ਕਿ ਇਹ ਟੈਸਟ ਦੇ ਪੈਸੇ ਨਹੀਂ ਵੀ ਲੈਂਦਾ, ਬਟ ਫਿਰ ਵੀ ਵਾਪਸ ਨਹੀਂ ਆ ਪਾਉਂਦੇ ਹੈ। ਪਰ ਤੁਹਾਡੀ ਰਾਹੀਂ ਸੰਗਤ ਏਡ ਕਰਕੇ ਬਹੁਤ ਮਰੀਜ਼ ਸਾਡੇ ਇਸ ਹੌਸਪੀਟਲ 'ਚ ਆਏ ਨੇ। ਅਤੇ ਪਲੀਜ਼ ਮੈਂ ਤਾਂ ਕਹਿੰਦਾ ਹੋਰ ਸਪੋਰਟ ਕਰਨ ਤੁਹਾਨੂੰ, ਜਿੱਥੋਂ ਵੀ ਜਿਹੜੇ ਨਹੀਂ ਕਰ ਸਕਦੇ ਪੇ, ਅਤੇ ਪਲੀਜ਼ ਉਹਨਾਂ ਦੀ ਹੈਲਪ ਇੱਦਾਂ ਹੀ ਕਰਦੇ ਰਹੋ। ਅਤੇ ਸੰਗਤ ਏਡ ਜੋ ਕੰਮ ਕਰ ਰਹੀ ਹੈ ਉਹ ਬਹੁਤ ਹੀ ਜ਼ਿਆਦਾ ਮਤਲਬ ਵਧੀਆ ਹੈ, ਬਹੁਤ ਵਧੀਆ ਹੈ। ਅਤੇ ਸਾਰੇ ਮਰੀਜ਼ਾਂ ਨੂੰ ਇਹੋ ਜਿਹੀ ਸੇਵਾ ਮਿਲਣੀ ਚਾਹੀਦੀ ਹੈ। ਅਤੇ ਪਲੀਜ਼ ਹੋਰ ਹੈਲਪ ਕਰੋ ਸੰਗਤ ਏਡ ਦੀ, ਅਤੇ ਮਰੀਜ਼ਾਂ ਦੀ ਵੀ ਹੈਲਪ ਹੋਏਗੀ ਇਸੇ ਕਰਕੇ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਡਾਕਟਰ ਸਾਹਿਬ ਉਹਨਾਂ ਨੇ ਦੱਸੇ ਨੇ ਕਿ ਕਈ ਵਿਚਾਰੇ ਲੋੜਵੰਦ ਇਵੇਂ ਦੇ ਵੀ ਮਰੀਜ਼ ਹੁੰਦੇ ਨੇ ਜਿਹੜੇ ਟੈਸਟ ਕਰਵਾ ਜਾਂਦੇ ਨੇ ਅਤੇ ਪਰ ਉਹਨਾਂ ਤੋਂ ਦਵਾਈ ਲੈਣ ਜੋਗੇ ਪੈਸੇ ਨਹੀਂ ਹੁੰਦੇ। ਕਈ ਵਾਰੀ ਕਹਿੰਦੇ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਹੌਸਪੀਟਲ ਵੱਲੋਂ ਟੈਸਟ ਜਿਹੜੇ ਉਹ ਫ੍ਰੀ ਵੀ ਕਰ ਦਿੱਤੇ ਜਾਂਦੇ ਨੇ, ਪਰ ਉਹਨਾਂ ਤੋਂ ਇੰਨੀ ਮਾਇਆ ਹੀ ਨਹੀਂ ਹੁੰਦੀ ਕਿ ਉਹ ਆਣ ਕੇ ਬਾਅਦ ਵਿੱਚ ਦਵਾਈ ਲੈ ਲੈਣ। ਅਤੇ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਮੁਤਾਬਕ ਇਹ ਜਿਹੜੇ ਟੈਸਟ ਆ ਇਹ 1000 ਰੁਪਏ ਦੇ ਹੁੰਦੇ ਨੇ। ਅਤੇ ਬਾਕੀ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਮਹਿੰਗਾਈ ਦੇ ਦੌਰ ਦੇ ਵਿੱਚ ਜਿੱਥੇ ਹਰ ਇੱਕ ਮਨੁੱਖ ਨੂੰ ਆਪਣੀ ਖੁਰਾਕ ਖਾਣ, ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਨੂੰ ਇੰਨੀ ਤੰਗੀ ਹੈ, ਉੱਥੇ ਫਿਰ ਹੋਰ ਸਰੀਰਕ ਦੁੱਖ ਬੰਦਾ ਨਾ ਚਾਹੁੰਦਿਆਂ ਹੋਇਆ ਵੀ ਉਹਨਾਂ ਨੂੰ ਅਣਗਹਿਲੇ ਕਰਕੇ ਅਤੇ ਅੱਖੋਂ ਪਰੋਖੇ ਕਰ ਦਿੰਦਾ ਹੈ। ਪਰ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਮੁਤਾਬਕ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਉਹਨਾਂ ਨੇ ਧੰਨਵਾਦ ਕੀਤਾ ਹੈ ਕਿ ਆਪ ਬਹੁਤ ਹੀ ਸੋਹਣਾ ਉੱਦਮ ਉਪਰਾਲਾ ਕਰ ਰਹੇ ਜੋ ਲੋੜਵੰਦ ਗਰੀਬ ਗੁਰਬਾ ਜਿਹੜਾ ਮੈਡੀਕਲ ਸਹੂਲਤ ਤੋਂ ਵਾਂਝਾ ਹੈ, ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਉਸ ਦੀ ਮਦਦ ਕੀਤੀ ਜਾਂਦੀ ਹੈ। ਅਤੇ ਡਾਕਟਰ ਸਾਹਿਬ ਉਹਨਾਂ ਨੇ ਟੈਸਟ ਕਰ ਦਿੱਤੇ ਨੇ, ਜਿਹਦੇ ਵਿੱਚ ਉਹਨਾਂ ਨੇ ਭੈਣ ਕਮਲੇਸ਼ ਕੌਰ ਉਹਨਾਂ ਦੀ ਜੋ ਵੀ ਰਿਪੋਰਟ ਉਹਦੇ ਬਾਰੇ ਲਿਖ ਦਿੱਤਾ ਹੈ। ਅਗਲੀ ਜੋ ਵੀ ਡਾਕਟਰ ਸਾਹਿਬ ਹੁਣੀ ਕਹਿਣਗੇ ਵੀ ਕਦੋਂ ਐਡਮਿਟ ਕਰਵਾਉਣਾ ਹੈ ਭੈਣ ਜੀ ਉਹਨਾਂ ਨੂੰ, ਉਹ ਜਾਣਕਾਰੀ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇਗੀ।